ਕਰਨ ਦੇ ਲਈ ਆਪਾਂ scanf ਦੇ ਵਿੱਚ ਕੀ ਯੂਜ਼ ਕਰਦੇ ਹਾਂ %c, ਇੰਟੀਜ਼ਰ ਦੇ ਲਈ ਕੀ ਯੂਜ਼ ਕਰਦੇ ਹਾਂ %d, ਫਲੋਟ ਦੇ ਲਈ %f ਤੇ ਕਰੈਕਟਰ ਦੇ ਲਈ ਕੀ ਯੂਜ਼ ਕਰਾਂਗੇ %c ਯੂਜ਼ ਕਰਾਂਗੇ। ਜਿਵੇਂ printf enter a character, scanf %c, ਐਂਡ ਜਿਹੜਾ ਵੀ ਆਪਾਂ ਲਿਖਿਆ, ਜਿਵੇਂ ਹੁਣ ਇੱਥੇ ਮੈਂ ਨਾਮ ਉਹਦਾ CEO ਹੀ ਰੱਖਿਆ ਹੋਇਆ, ਜਾਂ ਮੈਂ ਇੱਥੇ ਲਿਖ ਦਿੰਦਾ C1 ਕਰੈਕਟਰ 1, ਠੀਕ ਹੈ, ਡਾਟਾ ਟਾਈਪ ਦਾ ਨਾਮ ਕਰੈਕਟਰ 1, printf enter a character, scanf %c and c, ਇੰਟੀਜ਼ਰ ਦੇ ਲਈ ਕੀ ਲਿਖਦੇ ਸੀ ਆਪਾਂ %d, ਫਲੋਟ ਦੇ ਕੀ ਲਿਖਦੇ ਸੀ %f। ਹੁਣ ਕਰੈਕਟਰ ਇਨਪੁਟ ਕਰਾ ਲਿਆ, ਜਦੋਂ ਇਸ ਨੂੰ ਪ੍ਰਿੰਟ ਕਰਨਾ ਹੈ printf ਕਰੈਕਟਰ 1, ਜਿਹੜਾ ਕਰੈਕਟਰ 1 ਹੈ ਇਜ਼ ਇਕੁਅਲ ਟੂ, ਉਦੋਂ ਵੀ ਕੀ ਲਿਖਾਂਗੇ %c, C1, ਠੀਕ ਹੈ ਨਾ। ਐਂਟਰ ਏ ਕਰੈਕਟਰ, ਆਪਣਾ ਵੇਰੀਏਬਲ ਨੇਮ ਕੀ ਹੈ C1, scanf %c and c, C1, ਜਿਹੜਾ ਕਰੈਕਟਰ 1 ਇਜ਼ ਇਕੁਅਲ ਟੂ %c, C1। ਇਸ ਪ੍ਰੋਗਰਾਮ ਨੂੰ ਪਹਿਲਾਂ ਸੇਵ ਕਰੀਏ, ਫਿਰ ਇਸ ਨੂੰ ਰਨ ਕਰਦੇ ਹਾਂ। ਐਂਟਰ ਏ ਕਰੈਕਟਰ, ਮੈਂ ਐਂਟਰ ਕਰਾਤਾ ਕਰੈਕਟਰ ਲਾਈਕ y, कैपिटल Y, एंटर प्रेस करूँगा, ठीक है। जो आप आंसर देखना है तो आपको की करना पड़ेगा Alt F5, ठीक है। उत्थे क्या जाऊगा करैक्टर 1 इज इक्वल टू Y, क्योंकि स्क्रीन साडी इत्थे आ जाती है वापस। ਉਹਦੇ ਲਈ ਆਪਾਂ ਇੱਕ ਸਿੰਪਲ ਵੇ ਯੂਜ਼ ਕੀਤਾ ਸੀ, ਵੀ ਆਪਾਂ ਲਾਸਟ ਦੇ ਵਿੱਚ ਕੀ ਲਿਖ ਦਿੰਦੇ ਸੀ, ਇੱਕ get ch, ਠੀਕ ਹੈ, ਵੀ ਸਾਨੂੰ Alt F5 ਨਾ ਕਰਨਾ ਪਵੇ। प्लस जे कोई पुरानी चीज़ ना नज़र आवे तो असीं की यूज़ कर देंगे क्लीयर स्क्रीन। लाइक जिवें हुण आपां इत्थे देखिया उपर नज़र आ रहा ना कुछ 55T, इंटीजर 55, करैक्टर इज इक्वल टू T, आपां ये नहीं चाहते भी ये चीज़ां नज़र आन, तो आपां इत्थे की लिख देंगे क्लीयर स्क्रीन, मतलब पुरानी स्क्रीन की क्लीयर हो जाए। इनू सेव करते हैं पहला, फिर आपां इसनूं रन करके देखते हैं। रन, एंटर ए करैक्टर, मैं किया Y, की आ गया करैक्टर 1 इज इक्वल टू Y। हुण वो भी नाल जुड़िया होया, आपां इत्थे थोड़ी जी की पा दईए स्पेस, इत्थे थोड़ी जी आपां इंज स्पेस पा दईए, जां इत्थे लिख दईए कुछ एरो वाला साइन, ठीक है, भी उत्थे दिख जे भी आपां करैक्टर है कित्थे एंटर कर रहे हैं। करैक्टर के केस दे विच अगर आप रन टाइम तो उत्थे करैक्टर वैल्यू एंटर करांगे, स्पेस पा देंगे तो प्रॉब्लम हो जाएगी। रन किया है, एंटर ए करैक्टर, मैं लिखता है R, कैपिटल R, एंटर करैक्टर इज इक्वल टू R। क्लीयर है ना ये चीज़। हुण एक चीज़ होर जो समझण वाली है थोड़ी जी, जे मैं इत्थे %c की जगह %d लिखदा ना, इत्थे की लिखता है %d, %d ਦੇ ਨਾਲ ਕੀ ਹੋ ਜੂਗੀ, ਉਹਦੀ ਇੰਟੀਜ਼ਰ ਵੈਲਿਊ। ਇੰਟੀਜ਼ਰ ਵੈਲਿਊ ਮਤਲਬ ਉਹਦੀ ਜਿਹੜੀ ਅਸਕਾਈ ਵੈਲਿਊ ਹੈ, ਉਹਦੀ ਅਸਕਾਈ ਵੈਲਿਊ ਪ੍ਰਿੰਟ ਹੋ ਜੂਗੀ। ਆਪਾਂ ਰਨ ਕਰਕੇ ਦੇਖਦੇ ਹਾਂ ਪ੍ਰੋਗਰਾਮ। ਰਨ, ਮੈਂ ਕੀਤਾ कैपिटल A, एंटर, ਕੀ ਲਿਖਿਆ ਗਿਆ 65, ਕਿਉਂਕਿ ਕਰੈਕਟਰ ਜਿਹੜਾ कैपिटल A ਹੈ ਉਹਦੀ ਅਸਕਾਈ ਵੈਲਿਊ ਕਿੰਨੀ ਹੁੰਦੀ ਹੈ 65। ਸਿਮਿਲਰਲੀ जो स्मॉल ए है उसकी कितनी होंगी है 97, स्मॉल ए की कितनी होंगी है 97। हुण 65 एक 97, दोनों किन्ने का डिफरेंस हो गया 32 का डिफरेंस हो गया। हुण इनू आपां यूज़ भी कर सकते हैं, जिहड़ा 32 का डिफरेंस है, जे आपां स्मॉल लैटर्स नू कैपिटल च कन्वर्ट करना है। देखो आपां ध्यान नाल देखो, इत्थे मैं इत्थे लिखिया C2 इज इक्वल टू C1 प्लस 32, एक नवा वेरिएबल ले लिए C2, दो प्रिंट भी कर लेने C1 ते C2। हुण 32 क्यों मैं लिखा,
ਜਿਵੇਂ ਜੋ ਕੈਪੀਟਲ ਏ ਹੈ ਉਹ 65 ਹੈ, ਸਮੌਲ ਏ ਕਿੰਨਾ 97। ਹੁਣ ਆਪਾਂ ਪ੍ਰੋਗਰਾਮ ਰਨ ਕਰਕੇ ਦੇਖਦੇ ਹਾਂ। ਮੈਂ C1 ਦੀ ਵੈਲਿਊ ਐਂਟਰ ਕੀਤੀ ਏ ਸਮੌਲ ਏ ਤਾਂ 97, ਮੈਂ ਕਰ ਦਿੰਦਾ ਕੈਪੀਟਲ ਏ 65। C1 ਦੀ ਵੈਲਿਊ ਏ ਹੈ ਕੈਪੀਟਲ ਏ, C2 ਦੀ ਕਿੰਨੀ ਹੋ ਗਈ ਸਮੌਲ ਏ, ਕਿਉਂਕਿ ਉਸ 'ਚ ਮੈਂ ਕੀ ਐਡ ਕਰਤਾ ਸੀ ਦੇਖੋ 32 ਐਡ ਕਰਤਾ ਸੀ। 32 ਨਾਲ ਕੀ ਹੋ ਗਿਆ ਉਹਨਾਂ ਦੀ ਡਿਫਰੈਂਸ ਸੀ ਨਾ, ਜਿਹੜਾ ਉਹਦਾ 97 ਸੀ ਜਿਹੜਾ ਸਮੌਲ ਏ ਹੈ। ਸਿਮਿਲਰਲੀ ਅਗਰ ਮੈਂ ਇਸ ਨੂੰ ਦੁਬਾਰਾ ਰਨ ਕਰਕੇ ਦੇਖਾਂ, ਕੋਈ ਵੀ ਛੋਟਾ ਅੱਖਰ ਪਾ ਲਓ, ਕੇ ਪਾ ਲਿਆ, ਐਲ ਲਿਖ ਲਿਆ, ਐਮ ਸਮੌਲ ਐਮ। ਹੁਣ ਸਮੌਲ ਐਮ ਦੇਖੋ, ਸਮੌਲ ਐਮ 'ਤੇ ਕੀ ਪ੍ਰੋਬਲਮ ਆਈ, ਸਮੌਲ ਐਮ ਦਾ ਕੁਝ ਵੀ ਹੋ ਸਕਦਾ, ਸਪੋਜ਼ ਆਪਾਂ ਕਹੀਏ ਵੀ 105 ਜਾਂ ਜਿੰਨਾ ਵੀ ਹੈ, ਉਸ ਦੇ ਵਿੱਚ 32 ਐਡ ਕੀਤਾ, ਉਹ ਕਿਤੇ ਹੋਰ ਚਲ ਗਿਆ 150 ਦੇ ਜਾਂ 150 ਜਾਂ ਉੱਥੇ ਚਲ ਗਿਆ ਜਿੱਥੇ ਕਰੈਕਟਰ ਦੀ ਰੇਂਜ ਨਹੀਂ ਹੈ। ਜਿਹੜੇ ਆਪਣੇ ਐਲਫਾਬੈਟ ਹੈ, ਰੋਮਨ ਐਲਫਾਬੈਟ A to Z ਦੇ ਵਿੱਚ ਨਹੀਂ ਹੈ, ਉਹ A to Z ਤੋਂ ਬਾਹਰ ਵਾਲੀ ਵੈਲਿਊ ਹੋਗੀ। ਆਪਾਂ ਨੂੰ ਇੱਥੇ ਆਪਾਂ ਐਂਟਰ ਕਰਦੇ ਹਾਂ ਕੈਪੀਟਲ ਐਮ, ਕਿਉਂਕਿ ਕੈਪੀਟਲ ਐਮ ਪਲੱਸ 32 ਇਜ਼ ਇਕਲ ਟੂ ਸਮੌਲ ਐਮ। ਵੱਡੇ ਐਮ ਤੇ ਛੋਟੇ ਐਮ ਦੇ ਵਿੱਚ ਟੋਟਲ 32 ਜਿਹੜਾ ਸਕਾਈ ਵੈਲਿਊਜ਼ ਦਾ ਡਿਫਰੈਂਸ ਹੈ। ਠੀਕ ਹੈ ਨਾ, ਸਮੌਲ ਐਮ ਦੀ ਘੱਟ ਹੈ, ਸੌਰੀ ਸਮੌਲ ਐਮ ਦੀ ਜ਼ਿਆਦਾ ਵੈਲਿਊ ਹੈ, ਕੈਪੀਟਲ ਐਮ ਦੀ ਘੱਟ ਵੈਲਿਊ। ਠੀਕ ਹੈ ਨਾ, ਇਸ ਤਰੀਕੇ ਆਪਾਂ ਕਨਵਰਟ ਕਰ ਸਕਦੇ ਹਾਂ ਸਮੌਲ ਕੇਸ ਨੂੰ ਅਪਰ ਕੇਸ ਦੇ ਵਿੱਚ। ਸਪੋਜ਼ ਸਾਡਾ ਕੁਐਸਚਨ ਆਉਂਦਾ ਵੀ ਕੋਈ ਸਟ੍ਰਿੰਗ ਨੂੰ ਅਪਰ ਕੇਸ 'ਚ ਕਨਵਰਟ ਕਰੋ, ਆਪਾਂ 32 ਪਲੱਸ ਕਰਕੇ ਉਸ ਨੂੰ ਸਮੌਲ ਕੇਸ 'ਚ ਕਨਵਰਟ ਕਰ ਸਕਦੇ ਹਾਂ। ਜੇ ਸਮੌਲ ਕੇਸ 'ਚ ਐਂਟਰ ਕੀਤੀ ਹੈ -32 ਕਰਕੇ ਉਹਨੂੰ ਆਪਾਂ ਕੈਪੀਟਲ ਲੈਟਰ 'ਚ ਵੀ ਕਨਵਰਟ ਕਰ ਸਕਦੇ ਹਾਂ। ਜਿਵੇਂ ਸਪੋਜ਼ ਮੈਂ ਇੱਥੇ ਲਿਖਦਾ -32, ਰਨ ਕਰਕੇ ਦੇਖਦੇ ਹਾਂ ਪ੍ਰੋਗਰਾਮ। ਐਮ ਐਂਟਰ ਕੀਤਾ ਸਮੌਲ, ਉਸਨੇ ਉਸਨੂੰ ਕਿਸ 'ਚ ਕਨਵਰਟ ਕਰਤਾ ਹੈ ਕੈਪੀਟਲ ਐਮ ਦੇ ਵਿੱਚ। ਠੀਕ ਹੈ ਨਾ, ਇਹ ਹੈਗੀ ਸਕਾਈ ਵੈਲਿਊਜ਼ ਜਦੋਂ ਆਪਾਂ ਸਕਾਈ ਵੈਲਿਊ ਤੇ ਵਰਕ ਕਰਨਾ ਹੈ। ਹੁਣ ਇਸ ਦੇ ਵਿੱਚ ਆਪਾਂ ਇੱਕ ਚੀਜ਼ ਹੋਰ ਦੇਖੀਏ, ਹੁਣ ਆਪਾਂ ਐਂਟਰ ਕਰਦੇ ਹਾਂ, ਜੋ ਸਟੂਡੈਂਟ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ, ਮੈਂ 2 ਕਰੈਕਟਰ ਇਨਪੁਟ ਕਰਨੇ ਆ, ਐਂਟਰ ਕਰੈਕਟਰ 1, ਐਂਟਰ ਕਰੈਕਟਰ 2, C2। 2 ਕਰੈਕਟਰ ਮੈਂ ਇਨਪੁਟ ਕਰਨੇ ਆ। ਠੀਕ ਹੈ, ਉਹਨਾਂ ਦੋਨਾਂ ਦੀ ਵੈਲਿਊ ਪ੍ਰਿੰਟ ਕਰਨੀ ਹੈ। ਮੈਂ ਇਸ ਨੂੰ ਰਨ ਕਰਦਾ ਪ੍ਰੋਗਰਾਮ ਨੂੰ। ਐਂਟਰ ਕਰੈਕਟਰ 1 ਮੈਂ ਐਂਟਰ ਕਰਤਾ M, ਠੀਕ ਹੈ, ਧਿਆਨ ਨਾਲ ਦੇਖਿਓ। ਫਿਰ ਮੈਂ ਪ੍ਰੈਸ ਕਰਤਾ ਐਂਟਰ, ਉਹਨੇ ਲਿਖਿਆ ਐਂਟਰ ਏ ਕਰੈਕਟਰ 2, ਉਸ ਤੋਂ ਬਾਅਦ ਤੋਂ ਚੱਲਿਆ ਹੀ ਨਹੀਂ, ਉਹਨੇ ਸੈਕਿੰਡ ਕਰੈਕਟਰ ਤਾਂ ਮੇਰੇ ਤੋਂ ਇਨਪੁਟ ਹੀ ਨਹੀਂ ਕਰਾਇਆ। ਠੀਕ ਹੈ, ਦੁਬਾਰਾ ਦੇਖੋ ਮੈਂ ਕੀ ਕੀਤਾ ਹੈ, 2 ਕਰੈਕਟਰ ਇਨਪੁਟ ਕਰਾ ਰਿਹਾ। ਪਹਿਲਾ ਕਰੈਕਟਰ ਮੈਂ ਪਾਤਾ ਹੈ Y, ਮੈਂ ਦੂਜਾ ਕਰੈਕਟਰ Z ਪਾਣਾ। ਜਦੋਂ ਮੈਂ ਐਂਟਰ ਕਰੂੰਗਾ ਉਹ Z ਪਾਉਣ ਦਾ ਮੌਕਾ ਹੀ ਨਹੀਂ ਦੇ ਰਿਹਾ। ਐਂਟਰ ਕਰੈਕਟਰ 2, ਉਹਨੇ ਲਿਖਦਾ ਕਰੈਕਟਰ 1 ਇਜ਼ ਇਕਲ ਟੂ Y, ਕਰੈਕਟਰ 2 ਬਲੈਂਕ। ਹੁਣ ਇੱਥੇ ਹੋਇਆ ਕੀ ਹੈ, ਜਦੋਂ ਮੈਂ Y ਪ੍ਰੈਸ ਕਰਕੇ ਐਂਟਰ ਕਲਿੱਕ ਕੀਤਾ ਨਾ, ਉਹਨੇ ਦੂਸਰੇ ਕਰੈਕਟਰ ਦੇ ਵਿੱਚ ਐਂਟਰ ਹੀ ਸੇਵ ਕਰਤਾ। ਠੀਕ ਹੈ, ਕਰੈਕਟਰ 1 'ਚ ਕੀ ਹੈ Y, ਕਰੈਕਟਰ 2 'ਚ ਕੀ ਹੈ ਐਂਟਰ, ਉਹਨੇ ਕੀ ਸੇਵ ਕਰਤਾ ਐਂਟਰ ਸੇਵ ਕਰਤਾ ਦੂਸਰੇ ਕਰੈਕਟਰ ਦੇ ਵਿੱਚ। ਬਟ ਮੈਂ ਤਾਂ ਨਹੀਂ ਚਾਹੁੰਦਾ ਵੀ ਐਂਟਰ ਸੇਵ ਹੋਵੇ, ਮੈਂ ਤਾਂ ਚਾਹੁੰਦਾ ਕੋਈ ਵੈਲਿਊ ਸੇਵ ਹੋਵੇ। ਉਹਦੇ ਲਈ ਟਰਬੋ C ਦੇ ਵਿੱਚ ਇੱਕ ਫੰਕਸ਼ਨ ਹੈ fflush stdin, fflush stdin। ਇਹ ਫੰਕਸ਼ਨ ਕੀ ਕਰਦਾ ਹੈ, ਪੁਰਾਣੀ ਵੈਲਿਊਜ਼ ਨੂੰ ਜੇ ਕੋਈ ਮੈਮਰੀ ਦੇ ਵਿੱਚ ਹੈ ਉਹਨੂੰ ਇੱਕ ਵਾਰ ਕਲੀਅਰ ਕਰ ਦਿੰਦਾ। fflush ਮਤਲਬ ਜੋ ਮੈਮਰੀ ਹੈ ਉਸਨੂੰ ਕਲੀਅਰ ਕਰਨਾ, ਇੰਨਾ ਕੁ ਯਾਦ ਰੱਖੋ। ਮਤਲਬ ਜਿਹੜਾ ਐਂਟਰ ਸੇਵ ਸੀ ਨਾ, ਮੈਂ ਪਹਿਲਾਂ ਕੀਤਾ Y ਚਲ ਗਿਆ C1 'ਚ, ਜਿਹੜਾ ਉਸ ਤੋਂ ਬਾਅਦ ਮੈਂ ਐਂਟਰ ਪ੍ਰੈਸ ਕੀਤਾ ਉਹ ਐਂਟਰ ਉਹਦੀ ਮੈਮਰੀ 'ਚ ਹੀ ਪਿਆ ਸੀ, ਉਹਨੇ C2 ਦੇ ਵਿੱਚ ਉਹ ਐਂਟਰ ਹੀ ਪਾਤਾ। ਹੁਣ ਮੈਂ ਕੀ ਕੀਤਾ, ਉਹਦੀ ਸਕੈਨf ਤੋਂ ਪਹਿਲਾਂ ਮੈਂ ਕੀ ਲਿਖਤਾ fflush stdin, ਮਤਲਬ ਜਦੋਂ ਦੂਸਰਾ ਕਰੈਕਟਰ ਸਕੈਨ ਕਰਨ ਤੋਂ ਪਹਿਲਾਂ ਪੁਰਾਣੀ ਮੈਮਰੀ ਨੂੰ ਕਲੀਅਰ ਕਰ ਦਿਓ ਸਾਰੀ। ਹੁਣ ਰਨ ਕਰਦੇ ਹਾਂ ਆਪਾਂ, ਪਹਿਲੇ ਦੇ ਵਿੱਚ ਪਾਇਆ Y, ਹੁਣ ਉਹ ਪੁੱਛ ਰਿਹਾ ਕਰੈਕਟਰ ਸੈਕਿੰਡ Z, ਐਂਟਰ, ਕਰੈਕਟਰ 1 ਇਜ਼ ਇਕਲ ਟੂ Y, ਕਰੈਕਟਰ 2 ਇਜ਼ ਇਕਲ ਟੂ Z। ਠੀਕ ਹੈ ਨਾ, ਜਦੋਂ ਅਸੀਂ ਕਰੈਕਟਰ ਕਿਸੇ ਹੋਰ ਵੇਰੀਏਬਲ ਤੋਂ ਬਾਹਰ ਐਂਟਰ ਕਰ ਰਹੇ ਹਾਂ, ਉਦੋਂ ਇਹ ਪ੍ਰੋਬਲਮ ਆ ਸਕਦੀ ਹੈ।
उदों आपां किहड़ा फंक्शन यूज़ करांगे, एफ फ्लश std in यूज़ करांगे। लाइक दोबारा आपां इत्थे एक इंटीजर ले लैंदे आ, इंटीजर आई एक करैक्टर है, एंटर एन इंटीजर वैल्यू, इंटीजर वैल्यू एंटर करावांगे। ਉਹਦੇ ਲਈ ਕੀ ਆਪਾਂ ਵੇਰੀਏਬਲ ਲਿਆ ਹੋਇਆ आई, ਇੱਥੇ ਕੀ ਲਿਖਾਂਗੇ %d f ਫਲਸ਼, ਹਲੇ ਲਿਖਦੇ ਨਹੀਂ। एंटर करैक्टर, एक आप करैक्टर एंटर कराता C1, इंटीजर प्रिंट करा दें %d आई, एक आप प्रिंट कर दें करैक्टर। प्रोग्राम सेव करके रन करिए। इंटीजर वैल्यू 44, एंटर प्रेस किया, एंटर एक करैक्टर, उन्हें करैक्टर एंटर ही नहीं कराया। ठीक है ना, उन्हें की चीज़ जी मैं एंटर प्रेस किया सी, एंटर ही उसने करैक्टर दे विच सेव करता है। सो आपां नूं अगर मैं इसनूं उल्ट लिखदा, मतलब पहला मैं करैक्टर करा ला एंटर, फिर मैं इंटीजर एंटर करावां T44, फिर ठीक आ रहा, इंटीजर 44 है, करैक्टर की है T है। पर प्रॉब्लम कदों आती है, जो करैक्टर नूं आपां बाद विच कराने हैं, क्योंकि उदों एंटर सेव हुंदा है उसदे विच। ठीक है, उस चीज़ नूं क्लीयर करन दे लई आपां किहड़ा फंक्शन यूज़ करांगे, एफ फ्लश std in 44, करैक्टर G की प्रिंट हो गया, इंटीजर 44 है तो करैक्टर की है G है। क्लीयर है ना ये क्वेश्चन। ये लॉजिक याद रखना भी जो आप करैक्टर नूं एंटर कराना उस तो पहले एफ फ्लश std इन यूज़ कर लो। लाइक आप सिंपल प्रोग्राम बनाने हैं, मैन्यू ड्रिवन प्रोग्राम, इंटीजर ABC, एक करैक्टर C1, एंटर 2 नंबर्स %d and A and B, enter S for sum, enter M for minus, enter D for division, enter M for P, enter P for product। P for product, एक आप करैक्टर एंटर करा लिया C1। हुन ठीक है, की लिखे देखो, एंटर S for sum, M for minus, D for product, D for divide, P for product। हुन अगर आप कंपेयर करना है, हुन इफ जिहड़ा करैक्टर है वो किस दे इक्वल है, अगर करैक्टर इक्वल है S दे, S की है सम, जे करैक्टर S दे इक्वल है तो C की दे इक्वल हो जाए A प्लस B, ते प्रिंट एफ कर देना आपां सम इज इक्वल टू %d, C। ठीक है ना। हुण इत्थे कहूगा S इज ए अनडिफाइंड सिंबल। जदों आपां किसी करैक्टर नूं कंपेयर करना है तो सानूं उहनूं रखना पैना सिंगल कोट्स दे विच, सिंगल कॉमिਆਂ दे विच, भी जे C1 S दे इक्वल है तो सम होवे, ठीक है, जे वो M दे इक्वल है तो सबट्रैक्ट हो जे, जे D दे इक्वल है फिर की करना आपां उहनूं डिवाइड,
जे वो m ਦੇ इक्वल है फिर आप उसनों की कर देना, सॉरी p लिखिया थी शायद, जे p ਦੇ इक्वल है तो आप की कर लिख देना उन्होंने ਉਹਦਾ प्रोडक्ट मल्टीप्लाई, ठीक है। ये भी जरूरत नहीं, इसनों कहते हैं मैन्यू ड्रिवन प्रोग्राम। ਆਪਾਂ एक करैक्टर इनपुट करा लिया ਤੇ थोड़े दो इंटीजर एंटर करा ले, जे करैक्टर S है तो सम प्रिंट होवे, M है तो माइनस, D ते डिवाइड, P ते प्रोडक्ट। सेव, रन, एंटर टू इंटीजर 33 22, एंटर S फॉर सम, M फॉर माइनस, D फॉर डिवाइड, P फॉर प्रोडक्ट। मैं लिखता M माइनस, तो आंसर कितना आ गया अपना 11, ठीक है ना। जे मैं इत्थे सम लिखदा 44 33 S लिखदा फिर क्या आ जाऊगा उन्होंने सम 77, ठीक है ना। इस तरीके करैक्टर ते वर्क करीदा है। और एक सिंपल जिहा क्वेश्चन आप करैक्टर च कर लेने हैं, इनपुट ए करैक्टर प्रिंट इट इज़ वोवल और नॉट। आप एक करैक्टर इनपुट कराया, ये चेक करांगे वोवल है कि नहीं, ਉਹਦੇ ਲਈ ਕੀ ਹੋਊਗਾ ਆਪਣਾ if ਵੋਵਲ ਕਦੋਂ ਹੁੰਦਾ ਹੈ c = a ਔਰ ਕਿਹੜਾ ਕਿਹੜਾ ਹੋਊਗਾ ਜਾਂ c a ਹੋਵੇ ਜਾਂ कैपिटल a ਹੋਵੇ, ਕਿਉਂਕਿ कैपिटल a ਤੇ ਵੀ ਕੀ ਹੈ ਵੋਵਲ ਹੈ, ਜਾਂ e ਹੋ ਜੇ ਜਾਂ कैपिटल E I कैपिटल I O कैपिटल O U देखो कैपिटल U। इन्हां चों कुछ भी है तो आपां की लिख देंगे करैक्टर इज वोवल। सिंपल लिख देने वोवल, जे ए ई आई ओ यू दे विचों नहीं है फिर आप लिखांगे printf नॉट ए वोवल। ਆਪਾਂ ਇੱਥੇ ਕੀ ਲਿਖਣਾ ਸੀ ਐਂਟਰ ਏ ਕਰੈਕਟਰ। रन, एंटर ए करैक्टर में लिखता टी, होने की लिखता है नॉट ए वोवल। मैं लिखता यू, होने की लिखता है वोवल, ठीक है ना। एंटर ए करैक्टर उस दे लई आपां की लिखदा scanf %c। हुण scanf की जगह ते आपां लास्ट टाइम एक कीता सी, आपां उहदी जगह ते get char भी लिख सकते हैं। एंटर ए करैक्टर y नॉट ए वोवल, ठीक है ना। आपां कीता सी लास्ट वीडियो तुसीं चेक कर लियो, शायद 3rd ਜਾਂ 4th वीडियो ਦੇ ਵਿੱਚ इनपुट आउटपुट फंक्शन ਦੇ ਵਿੱਚ करैक्टर ਦੇ ਲਈ ਜ਼ਰੂਰੀ ਨਹੀਂ scanf है, उस ते get che get char वगैरह भी ਆਪਾਂ यूज़ कर सकते हैं। इस क्वेश्चन ਨੂੰ ਤੁਸੀਂ मेरे उस च लिख रहे हैं ਤੁਹਾਡੇ ਚੈਟ ਦੇ ਵਿੱਚ ਇੱਕ ਦੋ ਕੁਐਸਚਨਸ ਤੁਸੀਂ ਹੁਣ ਆਪਣੇ ਆਪ ਟਰਾਈ ਕਰਨੇ ਆ, ਠੀਕ ਹੈ ਨਾ। ਕਰੈਕਟਰ ਦੇ ਵਿੱਚ ਹੁਣ ਇੱਕ ਕੁਐਸਚਨ ਇਹ ਵੀ ਆ ਜਾਂਦਾ ਹੈ, ਇਨਪੁਟ ਏ ਕਰੈਕਟਰ ਪ੍ਰਿੰਟ ਇਟਸ ਅ ਸਕਾਈ ਵੈਲਿਊ। ਤਾਂ ਉਹੀ ਜਿਵੇਂ ਆਪਾਂ ਕੀਤਾ ਸੀ, ਉਹਦਾ ਕੁਝ ਵੀ ਨਹੀਂ ਸੀ, ਹੁਣੀ ਆਪਾਂ ਕਰਕੇ ਹਟੇ ਆ। ਇੱਕ ਕਰੈਕਟਰ ਇਨਪੁਟ ਕਰਨਾ ਹੈ, ਪ੍ਰਿੰਟਿੰਗ ਵੇਲੇ ਆਪਾਂ ਉਹਨੂੰ ਕੀ ਉਹਦਾ ਕੀ ਲਗਾ ਦੇਣਾ %d ਲਗਾ ਦਿਓ ਬਸ। ਜਦੋਂ %d ਲਗਾਵਾਂਗੇ ਆਪਣੇ ਆਪ ਕੀ ਪ੍ਰਿੰਟ ਹੋ ਜੂਗੀ ਉਹਦੀ ਸਕਾਈ ਵੈਲਿਊ। ਲਾਈਕ कैपिटल B ਦੀ ਕਿੰਨੀ ਹੈ 66, ਸਕਾਈ ਵੈਲਿਊ ਕਿੰਨੀ ਹੈ 66। ਈਵਨ ਅਸੀਂ ਜਿਹੜਾ ਇੰਟੀਜ਼ਰ ਹੈ, ਜੇ ਸਪੋਜ਼ ਮੈਂ ਇੰਟੀਜ਼ਰ ਇਨਪੁਟ ਕਰਾਂ ਐਂਟਰ ਐਨ ਇੰਟੀਜ਼ਰ, ਜਦੋਂ ਇੰਟੀਜ਼ਰ ਐਂਟਰ ਕਰਨਾ ਫਿਰ ਆਪਾਂ ਨੂੰ scanf ਹੀ ਲਿਖਣਾ ਪੈਣਾ ਹੈ, ਫਿਰ get che ਨਾਲ ਨਹੀਂ ਲਿਖਣਾ। %d,
एंड C1 नहीं लिखा नाम आप, ठीक है। मैं ਕੀਤਾ 55। ਹੁਣ ਅਸੀਂ ਉਹਦਾ ਕਰੈਕਟਰ ਵੀ ਪ੍ਰਿੰਟ ਕਰ ਸਕਦੇ ਹਾਂ, ਜਿਵੇਂ %c ਦੀ ਜਗ੍ਹਾ d ਦੀ ਜਗ੍ਹਾ ਜਿਵੇਂ %c ਲਿਖਦਾ ਹੈ ਤਾਂ ਉਸ ਦੀ ਕਿਹੜੀ ਵੈਲਿਊ ਹੈ, ਉਸ ਇੰਟੀਜ਼ਰ ਤੇ ਕਿਹੜਾ ਕਰੈਕਟਰ ਪਿਆ ਹੈ ਅਸਕਾਈ ਦੇ ਵਿੱਚ, ਉਹ ਵੀ ਪ੍ਰਿੰਟ ਹੋ ਜਾਊਗਾ। ਲਾਈਕ ਜੇ ਮੈਂ 65 ਐਂਟਰ ਕਰਾ ਰਿਹਾ ਹਾਂ ਤਾਂ ਉਹਨੇ ਆਪਣੇ ਆਪ ਉੱਥੇ ਕੀ ਲਿਖ ਦੇਣਾ, a ਲਿਖ ਦੇਣਾ, ਕਿਉਂਕਿ ਕੰਪਿਊਟਰ ਤਾਂ ਕੇਵਲ 0 1 ਨੂਮੈਰਿਕ ਵੈਲਿਊ ਹੀ ਸਮਝਦਾ, ਉਸ ਦੇ ਲਈ ਇਹ ਡਿਫਰੈਂਸ ਨਹੀਂ ਹੈ ਵੀ ਕੀ ਹੋ ਰਿਹਾ ਉਸ ਦੇ ਵਿੱਚ, ਠੀਕ ਹੈ ਨਾ। ਜਦੋਂ ਮੈਂ %c ਲਿਖਿਆ ਉਹਨੇ ਆਪਣੇ ਆਪ ਇੰਟੀਜ਼ਰ ਦੀ ਕਿਹੜੀ ਵੈਲਿਊ ਦਿਖਾਤੀ, ਉਹਦੀ ਜਿਹੜੀ ਉਸਦੀ ਕਰੈਕਟਰ ਦੀ ਵੈਲਿਊ ਹੈ, ਯਾਨੀ ਕਿ ਉਸ ਅਸਕਾਈ ਤੇ ਕਿਹੜੀ ਵੈਲਿਊ ਹੈ। ਇਹ ਕੁਐਸਚਨ ਕੀ ਬਣ ਗਿਆ, ਜਿਵੇਂ ਆਪਾਂ ਅਸਕਾਈ ਵੈਲਿਊ ਇਨਪੁਟ ਕੀਤੀ ਹੈ ਤੇ ਉਸ ਤੇ ਕਿਹੜਾ ਕਰੈਕਟਰ ਪਿਆ ਹੈ ਉਹ ਪ੍ਰਿੰਟ ਕਰਨਾ ਹੈ। ਲਾਈਕ ਮੈਂ ਐਂਟਰ ਕਰਾਤਾ, ਵੈਸੇ ਹੀ ਕੁਝ ਕਰ ਦਿੰਦੇ 165 ਤੇ ਇਹੀ ਪਿਆ, ਕੋਈ n ਦੇ ਉੱਤੇ ਕੰਪਲੀਮੈਂਟ ਦਾ ਸਾਈਨ ਵਗੈਰਾ ਕੋਈ ਵੀ ਆਪਾਂ ਕਰੈਕਟਰ ਐਂਟਰ ਕਰਾ ਲਓ, 144 ਉਸ ਤੇ ਇਹ ਚੀਜ਼ ਪਈ ਹੈ, ਠੀਕ ਹੈ ਨਾ। मतलब कोई भी स्काई वैल्यू 0 to 255 तक कुछ करैक्टर्स है ਜਿਹੜੇ ਪ੍ਰਿੰਟੇਬਲ ਫਾਰਮ 'ਚ ਨਹੀਂ ਹੁੰਦੇ, ਜਿਸ ਦੀ ਸਕਰੀਨ ਤੇ ਪ੍ਰਿੰਟਿੰਗ ਨਹੀਂ ਹੋਊਗੀ, ਠੀਕ ਹੈ ਨਾ। ਇਹ ਕੁਐਸਚਨਸ ਹੈ ਜਿਹੜੇ ਆਪਾਂ ਕਰੈਕਟਰ ਦੇ ਨਾਲ ਕਰਨੇ ਆ, ਠੀਕ ਹੈ।